हाँ जी, सो दिस इज़ आर अनदर ਵੀਡੀਓ। ਇਸ ਤੋਂ ਪਹਿਲਾਂ ਆਪਾਂ 4 ਵੀਡੀਓਜ਼ ਅਪਲੋਡ ਕੀਤੀਆਂ ਲਾਸਟ ਵੀਕ, ਤੇ ਇਹ ਉਹੀ ਰੀਡਿੰਗ ਦਾ ਅਗਲਾ ਪਾਰਟ ਆਪਾਂ ਕਹਿ ਸਕਦੇ ਆ। ਇਹਨਾਂ ਵਿੱਚ ਆਪਣਾ ਪੈਰਾਗ੍ਰਾਫ ਬਲੈਂਕਸ ਦਾ, ਉਹਦੇ ਨਾਲ ਆਪਾਂ ਨੂੰ ਆਥਰ ਹੈਡਿੰਗ ਮਿਲੂਗੀ ਕਿ ਕਿਹੜਾ ਆਥਰ ਕੀ ਗੱਲ ਕਹਿ ਰਿਹਾ, ਐਂਡ ਇਹਨੂੰ ਆਪਾਂ ਐਂਡ ਕਰਾਂਗੇ ਟਰੂ ਫੋਲਸ ਦੇ ਨਾਲ। ਇਸ ਤੋਂ ਪਹਿਲਾਂ ਵਾਲੀ ਰੀਡਿੰਗ ਦੇ ਵਿੱਚ ਆਪਾਂ ਕਾਫੀ ਟਰੂ ਫੋਲਸ ਦੇ ਉੱਤੇ ਫੋਕਸ ਕਰ ਚੁੱਕੇ ਹੋਏ ਆ, ਸਾਨੂੰ ਬੜੇ ਪੋਜ਼ਿਟਿਵ ਮੈਸੇजेस ਵੀ ਰਿਸੀਵ ਹੋਏ, ਐਂਡ ਮੋਰ ਓਵਰ ਆਪਣੇ ਰਿਜ਼ਲਟ ਵੀ ਰੀਡਿੰਗ 'ਚੋਂ ਨੋਟ ਲੈਸ ਦੇਨ ਆਪਾਂ ਕਹਿ ਸਕਦੇ ਹਾਂ 7 ਗਏ ਮੈਕਸੀਮਮ। ਠੀਕ ਹੈ, ਸੋ ਇਹ ਆਪਣੀ ਅਗਲੀ ਵੀਡੀਓ ਹੈ ਜਿਸ ਵਿੱਚ ਆਪਾਂ ਟਿਪਸ ਪ੍ਰੋਵਾਈਡ ਕਰਾਂਗੇ ਆਪਾਂ ਪੈਰਾਗ੍ਰਾਫ ਬਲੈਂਕਸ ਨੂੰ ਕਿਵੇਂ ਕਰਨਾ ਹੈ। ਫੋਰ ਐਗਜ਼ਾਮਪਲ ਸਟੂਡੈਂਟ, ਇਸ ਤੋਂ ਪਹਿਲਾਂ ਤੁਹਾਨੂੰ ਮੈਂ ਕਿਹਾ ਸੀ ਇਨ ਦਾ ਲਾਸਟ ਵੀਡੀਓ ਕਿ ਆਪਾਂ ਬਲੈਂਕਸ ਨੂੰ ਪ੍ਰੈਪੋਜੀਸ਼ਨ ਦੇ ਬੇਸਿਸ ਤੇ ਵੀ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੁੰਦਾ ਬਲੈਂਕਸ ਨੂੰ ਡਾਇਰੈਕਟ ਲਾਈਨ ਤੋਂ ਲੱਭਿਆ ਜਾ ਸਕੇ, ਆਪਾਂ ਪ੍ਰੈਪੋਜੀਸ਼ਨ ਦੇ ਬੇਸਿਸ ਤੇ ਵੀ ਕਰ ਸਕਦੇ ਹਾਂ। ਬਸ ਆਹ ਵੇ ਇੱਕ ਚੀਜ਼ ਨੂੰ ਕਰਨ ਦੇ 2 ਤੋਂ 3 ਵੇ ਹੁੰਦੇ ਆ, ਜਿਵੇਂ ਇੱਕ ਸ਼ਹਿਰ ਜਾਣ ਦੇ 2 ਤੋਂ 3 ਰਸਤੇ ਹੁੰਦੇ ਆ, ਐਵੇਂ ਹੀ ਰੀਡਿੰਗ ਦੇ ਵਿੱਚ ਇੱਕ ਚੀਜ਼ ਨੂੰ ਕਰਨ ਦੇ 2 ਤੋਂ 3 ਵੇਜ਼ ਆਪਾਂ ਨੂੰ ਮਿਲਦੇ ਆ। ਆਪਾਂ ਇੱਕ ਵੇ ਤੇ ਡਿਪੈਂਡੈਂਟ ਰਹਿੰਦੇ ਆ, ਤੇ ਐਗਜ਼ਾਮ 'ਚ ਜਾ ਕੇ ਜੋ ਆਪਣਾ ਇੱਕ ਵੇ ਨਹੀਂ ਲੱਗਦਾ ਆਪਾਂ ਗਲਤ ਕਰ ਜਾਂਦੇ ਆ। ਤੁਹਾਨੂੰ ਮਿਨੀਮਮ ਤੋਂ ਮਿਨੀਮਮ 2 ਵੇ ਆਣੇ ਚਾਹੀਦੇ ਆ ਕਿ ਜੇ ਇੱਕ ਰਸਤੇ ਤੇ ਕੋਈ ਪ੍ਰੋਬਲਮ ਆ ਗਈ, ਉਹ ਸੜਕ ਬੰਦ ਹੈ, ਤੁਹਾਡੀ ਦੂਸਰਾ ਜਿਹੜਾ ਰੋਡ ਹੈ ਉਹ ਸਟਾਰਟ ਰਵੇ ਤੁਹਾਡੇ ਲਈ। ਠੀਕ ਹੈ, ਫਿਰ ਮੈਂ ਇੱਕੋ ਗੱਲ ਹੀ ਕਵਾਂਗਾ, ਰੀਡਿੰਗਸ ਟਿਪਸ ਐਂਡ ਟ੍ਰਿਕਸ ਤੇ ਬੇਸਡ ਹੁੰਦੀ ਹੈ। ਠੀਕ ਹੈ, ਇਹ ਟਿਪਸ ਐਂਡ ਟ੍ਰਿਕਸ ਕੀ ਨੇ, ਤੁਹਾਨੂੰ ਕੀਵਰਡ ਫਾਈਂਡ ਕਰਨੇ ਆਣੇ ਚਾਹੀਦੇ ਆ ਕਿ ਕਿਹੜੇ ਸਿਨੋਨਿਮ ਕੀ ਆ। ਸਿਨੋਨਿਮ ਤੋਂ ਬਿਨਾ ਤੁਸੀਂ ਨਹੀਂ ਕਰ ਸਕਦੇ ਇਹਨੂੰ। ਠੀਕ ਹੈ, ਆਪਣੀ ਵੋਕੈਬਲਰੀ ਦੀ ਰੇਂਜ ਵਾਈਡ ਕਰੋ ਸੋ ਡੈਟ ਤੁਹਾਡੇ ਤੋਂ ਹਰ ਚੀਜ਼ ਇੱਕ ਸਕੈਨਿੰਗ ਦੇ ਵਿੱਚ ਨਿਕਲਦੀ ਜਾਵੇ, ਆਪਾਂ ਆਨਸਰ ਕਿਸ ਤਰੀਕੇ ਨਾਲ ਦੇਣਾ ਹੈ। ਠੀਕ ਹੈ, ਸੋ ਉਹਨੇ ਆਪਾਂ ਨੂੰ ਸਟਾਰਟ 'ਚ ਕੀ ਕਿਹਾ, ਨੋ ਮੋਰ ਦੈਨ 2 ਵਰਡ। ਸਭ ਤੋਂ ਪਹਿਲੇ ਤੁਹਾਨੂੰ ਆਹ ਵਰਡ ਪਤਾ ਹੋਣਾ ਚਾਹੀਦਾ ਹੈ। ਤੇ ਫਿਰ ਮੈਂ ਉਹੀ ਗੱਲ ਕਵਾਂਗਾ, ਰੀਡਿੰਗ ਤੇ ਆਪਾਂ ਗੰਦਗੀ ਨਹੀਂ ਚਲਾਣੀ। ਹਾਂ, ਮੈਂ ਪੈਨਸਿਲ ਦੇ ਨਾਲ ਨਿਸ਼ਾਨੀਆਂ ਲਗਾਵਾਂਗਾ ਸੋ ਡੈਟ ਤੁਸੀਂ ਅੰਡਰਸਟੈਂਡ ਕਰ ਸਕੋ, ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿੰਨੀ ਘੱਟ ਗੰਦਗੀ ਲਗਾਓ ਸ਼ੀਟ ਤੇ ਓਨਾ ਵਧੀਆ, ਬਿਕੋਜ਼ ਐਗਜ਼ਾਮ ਦੇ ਵਿੱਚ ਤੁਸੀਂ ਨਹੀਂ ਗੰਦਗੀ 'ਚੋਂ ਪੜ੍ਹ ਸਕੋਗੇ, ਸਫਾਈ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ। ਨੋਵਲ ਵਾਂਗ ਰੀਡਿੰਗ ਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। 2 ਵਰਡ ਤੋਂ ਆਪਾਂ ਜ਼ਿਆਦਾ ਨਹੀਂ ਲਿਖ ਸਕਦੇ, ਆਪਾਂ ਨੂੰ ਪਹਿਲੇ ਇੰਸਟਰਕਸ਼ਨ ਦਿੱਤੀ ਹੋਈ ਆ ਉਹਨੇ, ਨੋ ਮੋਰ ਦੈਨ 2 ਵਰਡਸ। ਦੇਰ ਆਰ ਕਰੰਟਲੀ 6800 ਲੈਂਗੁਏਜਿਸ ਇਨ ਦਾ ਵਰਲਡ। ਉਹ ਕੀ ਕਹਿ ਰਿਹਾ, ਅੱਜ ਸਮਾਜ ਦੇ ਵਿੱਚ ਆਪਣੇ ਕੋਲ 6800 ਲੈਂਗੁਏਜਿਸ ਨੇ। ਠੀਕ ਹੈ, this great variety of languages came about largely as a result of geographical dash। ਆ ਜਿਹੜੀਆਂ ਚੀਜ਼ਾਂ ਆਪਣੇ ਕੋਲ ਆਂਦੀਆਂ ਪਈਆਂ, ਆ ਜਿਹੜੀਆਂ 6800 ਲੈਂਗੁਏਜਿਸ ਨੇ ਆਪਣੇ ਕੋਲ ਦੁਨੀਆ ਦੀਆਂ, ਉਹ ਕਹਿੰਦੇ ਕਿਹਦੇ ਕਰਕੇ ਆਂਦੀਆਂ ਪਈਆਂ ਕਿ ਜਿਓਗ੍ਰਾਫੀਕਲ ਡੈਸ਼ ਚੱਲ ਰਹੀ ਹੈ। ਪਰ ਹੁਣ ਆਪਣੇ ਕੋਲ ਕੀਵਰਡ ਕੀ ਹੈ, ਤੁਸੀਂ ਜੇ ਕੀਵਰਡ ਨੋਟ ਕਰੋ ਤਾਂ ਇੱਕ ਮਿੰਟ ਨੋਟਬੁੱਕ ਦਿਓ ਕਿ ਮੈਨੂੰ, ਤੁਸੀਂ ਕੀਵਰਡ ਨੋਟ ਕੀਤਾ, ਕੀਵਰਡ ਤੁਹਾਨੂੰ ਸਭ ਤੋਂ ਪਾਵਰਫੁਲ ਕੀਵਰਡ ਮਿਲਿਆ 6800। ਠੀਕ ਹੈ, ਅਗਲਾ ਆਪਣਾ ਕੀਵਰਡ ਜੋ ਆਪਾਂ ਨੂੰ ਮਿਲਦਾ ਪਿਆ ਡੈਟ ਇਜ਼ ਵੀ ਕੈਨ ਸੇ, ਆਪਾਂ ਓਵਰਆਲ ਲੈਂਗੁਏਜਿਸ ਤੇ ਗੱਲ ਕਰ ਸਕਦੇ ਹਾਂ, ਪਰ ਇਹਦਾ 6800 ਦੇ ਨਾਲ ਹੀ ਹੈ। ਪਰ ਸਭ ਤੋਂ ਪਾਵਰਫੁਲ ਹੈ ਗ੍ਰੇਟ ਵੈਰਾਈਟੀ। ਵਾਟ ਇਜ਼ ਦ ਮੀਨਿੰਗ ਆਫ ਗ੍ਰੇਟ? ਹਿਊਜ। ਐਂਡ ਵਾਟ ਇਜ਼ ਦ ਮੀਨਿੰਗ ਆਫ ਵੈਰਾਈਟੀ? ਡਾਈਵਰਸਿਟੀ। ਠੀਕ ਹੈ, ਹੁਣ ਦੇਖੋ ਆਪਾਂ ਕਿਸੇ ਦੁਕਾਨ ਤੇ ਗਏ ਕੱਪੜੇ ਖਰੀਦਣ ਦੇ ਲਈ, ਸ਼ਰਟਸ ਲੈਣ ਦੇ ਲਈ, ਆਪਾਂ ਕਿਹਾ ਥੋੜੀ ਹੋਰ ਵੈਰਾਈਟੀ ਵਿਖਾਓ। ਉਹਦਾ ਮਤਲਬ ਕੀ ਹੋਇਆ, ਕੋਈ ਡਿਫਰੈਂਟ ਚੀਜ਼ ਦਿਖਾਓ ਮੈਨੂੰ। ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਕਰਨ ਲੱਗਦੇ ਹੋ ਰੀਡਿੰਗ ਦੇ ਵਿੱਚ, ਤੁਹਾਨੂੰ ਵਰਡ ਦਾ ਮਤਲਬ ਨਾਲੋਂ ਨਾਲ ਪਤਾ ਚਾਹੀਦਾ ਕਿ ਡਿਫਰੈਂਸ, ਕਿ ਵੈਰਾਈਟੀ ਦਾ ਮਤਲਬ ਕਿਤੇ ਨਾ ਕਿਤੇ ਡਿਫਰੈਂਸ ਵੀ ਹੈ, ਤੇ ਗ੍ਰੇਟ ਮਤਲਬ ਬਹੁਤ ਜ਼ਿਆਦਾ, ਹਿਊਜ। ਆਹ 2-3 ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਘਰ ਕਰ ਜਾਣੀਆਂ ਚਾਹੀਦੀਆਂ ਨੇ ਕਰਨ ਤੋਂ ਪਹਿਲਾਂ। ਮੋਰ ਓਵਰ ਤੁਸੀਂ ਇਹਦੇ ਵਿੱਚ ਆਹ ਦੇਖ ਕੇ ਚੱਲਣਾ ਹੁੰਦਾ ਏ, what is the meaning of primary sentence and what is the meaning of secondary sentence। 2 sentences ਨੇ ਆਪਣੇ ਕੋਲ, primary and secondary। ਆ 2 sentences ਦਾ ਮਤਲਬ ਕੀ ਹੈ? ਠੀਕ ਹੈ, ਪ੍ਰਾਇਮਰੀ ਸੈਂਟੈਂਸ ਆਪਾਂ ਨੂੰ ਕਿੱਧਰ ਲੈ ਕੇ ਜਾ ਰਹੇ ਹੈ ਤੇ ਸੈਕੰਡਰੀ ਸੈਂਟੈਂਸ ਆਪਣੇ ਕੋਲ ਕਿੱਧਰ ਲੈ ਕੇ ਜਾ ਰਹੇ ਹੈ। ਮੇਰਾ ਪੁਆਇੰਟ ਸਮਝੋ ਸਾਰੇ ਜਾਣੇ। ਹੁਣ ਪ੍ਰਾਇਮਰੀ ਸੈਂਟੈਂਸ ਦੇ ਵਿੱਚ ਆਪਣੇ ਕੋਲ 6800 ਲੈਂਗੁਏਜਿਸ ਦਿੱਤੀਆਂ ਹੋਈਆਂ, ਤੇ ਸੈਕੰਡਰੀ ਸੈਂਟੈਂਸ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ? ਵੈਰਾਈਟੀ। ਤੁਸੀਂ ਹੁਣ ਪੁੱਛ ਸਕਦੇ ਹੋ ਸਰ ਅਸੀਂ ਪ੍ਰਾਇਮਰੀ ਐਂਡ ਸੈਕੰਡਰੀ ਨੂੰ ਕਿਵੇਂ ਵੰਡਦੇ ਪਏ ਹਾਂ? 2 ਲਾਈਨਸ ਹੈ, ਇੱਕ ਨੂੰ ਪ੍ਰਾਇਮਰੀ ਬਣਾ ਲਓ, ਇੱਕ ਨੂੰ ਸੈਕੰਡਰੀ ਬਣਾ ਲਓ। ਕਾਮਨ ਸੈਂਸ ਹੈ, ਐਗਜ਼ਾਮ 'ਚ ਜਿਵੇਂ ਵੀ ਤੁਹਾਡੀ ਚੱਲ ਗਈ ਉਵੇਂ ਹੀ ਚਲਾ ਦਿਓ। ਸੋ ਹੁਣ ਆਪਣੇ ਕੋਲ ਟਾਰਗੇਟ ਕੀ ਹੈ? ਆਪਾਂ ਵੈਰਾਈਟੀ ਵਾਲੇ ਵਰਡ ਲੱਭਣੇ ਆ ਤੇ 6800 ਲੈਂਗੁਏਜ ਵਾਲੇ ਵਰਡ ਲੱਭਣੇ ਆ। ਜਦ ਵੀ ਤੁਸੀਂ ਸ਼ੀਟ ਓਪਨ ਕੀਤੀ, ਤੁਸੀਂ ਸਕਿਮਿੰਗ ਐਂਡ ਸਕੈਨਿੰਗ ਸ਼ੁਰੂ ਕਰ ਦੇਣੀ ਹੈ।
ਕਿ 6800 ਲਿਖਿਆ ਕਿੱਥੇ ਹੈ। ਪਿਆਰ ਨਹੀਂ ਪਾਣਾ ਕਿਸੇ ਕੁਐਸਚਨ ਦੇ ਨਾਲ। ਨਵਾਜ਼ੋ ਦੇ ਵਿੱਚ ਆਪਣੇ ਕੋਲ ਹਾਫ ਦਾ ਵਰਡ 6800 ਲੈਂਗੁਏਜਸ ਮੈਨੂੰ ਵਿਖ ਗਿਆ। ਆਈ ਹੋਪ ਤੁਹਾਨੂੰ ਫਾਈਂਡ ਹੋ ਚੁੱਕਾ ਹੋਇਆ ਇੱਥੇ। ਆਰ ਲਾਈਕਲੀ ਟੂ ਵੈਨਿਸ਼ ਵਿਦਿਨ 2 ਜਨਰੇਸ਼ਨਸ। ਕਹਿੰਦਾ 6800 ਦੇ ਨੇੜੇ ਭਾਸ਼ਾਵਾਂ ਆਉਣ ਵਾਲੀਆਂ 2 ਜਨਰੇਸ਼ਨ ਦੇ ਵਿੱਚ ਖਤਮ ਹੋ ਜਾਣਗੀਆਂ। ਵੈਨਿਸ਼ ਮਤਲਬ ਖਤਮ ਹੋਣਾ। ਡੈਟ ਵਨ ਲੈਂਗੁਏਜ ਲੋਸਟ ਐਵਰੀ 10 ਡੇਜ਼। ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਦੇਖੋ ਸਿਰਫ 6800 ਮਿਲਿਆ ਜ਼ਰੂਰ ਹੈ ਆਪਾਂ ਨੂੰ, ਪਰ ਇਹ ਵਾਲੇ 6800 ਦਾ ਆਪਣੇ ਵਾਲੇ 6800 ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਆਪਾਂ ਨੂੰ ਹੁਣ ਕਿਹੜਾ ਵਰਡ ਫੋਕਸ ਕਰਨਾ ਹੈ? ਇੱਕ ਬਹੁਤ ਵੱਡਾ ਡਿਫਰੈਂਸ, ਠੀਕ ਹੈ, ਬਹੁਤ ਵੱਡਾ ਡਿਫਰੈਂਸ ਆਪਾਂ ਅੱਗੇ ਚੱਲਦੇ ਜਾ ਰਹੇ ਹਾਂ। ਡਿਫਰੈਂਸ ਹੁਣ ਦੇਖੋ, ਲਿੰਗੁਇਸਟਿਕ ਡਾਈਵਰਸਿਟੀ। ਐਂਡ ਵਾਟ ਇਜ਼ ਦ ਮੀਨਿੰਗ ਆਫ ਲਿੰਗੁਇਸਟਿਕ ਡਾਈਵਰਸਿਟੀ? ਡਾਈਵਰਸਿਟੀ means variety on the basis of language, linguistic. So linguistic diversity ਆਪਾਂ ਨੂੰ ਮਿਲ ਗਿਆ, ਠੀਕ ਹੈ। ਮੈਂ ਬਹੁਤ ਜ਼ਿਆਦਾ ਬਰੀਫ 'ਚ ਜਾ ਕੇ ਕਰਵਾ ਰਿਹਾ ਕਿ ਤੁਹਾਨੂੰ ਪੇਪਰ 'ਚ ਕੋਈ ਪ੍ਰੋਬਲਮ ਨਾ ਆਵੇ। ਇੰਨਾ ਬਰੀਫ 'ਚ ਇੱਕ ਵਾਰ ਕਰ ਲੋਗੇ, ਐਗਜ਼ਾਮ 'ਚ ਬਹੁਤ ਈਜ਼ੀ ਭੱਜੋਗੇ ਤੁਸੀਂ, ਠੀਕ ਹੈ ਨਾ। ਜੇ ਕਰੋਗੇ ਈਜ਼ੀ ਕਿ ਇੱਕ ਲਾਈਨ ਪੜ੍ਹੀ ਜੀ ਆ ਗਿਆ, ਐਗਜ਼ਾਮ 'ਚ ਤੁਸੀਂ ਕੀ ਕਰ ਲੋਗੇ? ਫਿਰ ਕੱਖ ਵੀ ਨਹੀਂ। ਦਿਸ ਗ੍ਰੇਟ ਵੈਰਾਈਟੀ ਆਫ ਲੈਂਗੁਏਜਿਸ। ਆ ਜਿਹੜੀ ਲੈਂਗੁਏਜ ਦੀ ਇੰਨੀ ਵੱਡੀ ਵੈਰਾਈਟੀ ਹੈ, came about ਕਿੰਦੇ ਕਰਕੇ ਆਈ ਹੈ? came about ਦਾ ਮਤਲਬ ਆਉਣਾ। ਕਿੰਦੇ ਕਰਕੇ ਆਈ ਹੈ? ਐਜ਼ ਅ ਰਿਜ਼ਲਟ ਆਫ ਜਿਓਗ੍ਰਾਫੀਕਲ ਡੈਸ਼। ਜਿਓਗ੍ਰਾਫੀਕਲ ਮਤਲਬ ਧਰਤੀ ਦੇ ਬੇਸਿਸ ਤੇ, ਜਗ੍ਹਾ ਦੇ ਬੇਸਿਸ ਤੇ ਕੋਈ ਚੀਜ਼ ਆਈ ਹੈ ਜਿਹਦੇ ਕਰਕੇ ਲੈਂਗੁਏਜਿਸ ਦੇ ਵਿੱਚ ਇੰਨੇ ਵੱਡੇ ਲੈਵਲ ਦੇ ਡਾਈਵਰਸਿਟੀ ਵੇਖਣ ਨੂੰ ਮਿਲੀ। ਤੇ ਦੇਖੋ ਸਾਫ਼ ਆਨਸਰ ਸਟਾਰਟਿੰਗ ਤੇ ਮਿਲ ਗਿਆ। ਆਈਸੋਲੇਸ਼ਨ ਮਤਲਬ ਟੁੱਟਣਾ, ਅਲੱਗ-ਅਲੱਗ ਰਹਿਣਾ। ਬਰੀਡਸ। And what is the meaning of breed? Came। देखो breeding ਦਾ ਮਤਲਬ ਕੀ ਹੁੰਦਾ ਹੈ? ਕਿਸੇ ਚੀਜ਼ ਦਾ ਆਗਮਨ ਹੋਣਾ, ਕਿਸੇ ਚੀਜ਼ ਦਾ ਆਣਾ। ਸੋ breed is equal to came about। ਹੁਣ ਦੇਖੋ, ਹੁਣ ਤੁਹਾਡੇ ਚੋਂ ਕਈ ਕਹਿਣਗੇ ਸਾਨੂੰ ਕੀ ਪਤਾ breeding ਦਾ ਮਤਲਬ came about ਹੈ। ਇਹ ਤਾਂ ਸਾਫ਼ ਪਤਾ ਲੱਗ ਰਿਹਾ ਤੁਹਾਡੀ ਵੋਕੈਬਲਰੀ ਬੜੀ ਪੂਅਰ ਹੈ। ਇਹ ਤਾਂ ਵੋਕੈਬ ਬਣਾਉਣੀ ਹੈ, ਇਹ ਕੋਈ ਰੱਟਾ ਨਹੀਂ ਹੈ ਜਿਹੜਾ ਆਪਾਂ ਚਲਾ ਕੇ ਕੰਮ ਚਲਾ ਸਕਦੇ ਹਾਂ ਆਪਾਂ। ਸੋ breeding ਦਾ ਮਤਲਬ came about, ਕੋਈ ਚੀਜ਼ ਦਾ ਆਣਾ। ਐਂਡ ਕਹਿੰਦਾ ਆ ਵਿਭਿੰਨਤਾ ਜਿਹੜੀ ਆਈ ਹੈ, ਡਾਈਵਰਸਿਟੀ ਆਈ ਹੈ ਲੈਂਗੁਏਜ 'ਚ, ਇਹ ਕਿੰਦੇ ਕਰਕੇ ਆਈ ਹੈ? ਜਿਓਗ੍ਰਾਫੀਕਲ ਆਈਸੋਲੇਸ਼ਨ। ਸੋ ਆਈਸੋਲੇਸ਼ਨ ਬਰੀਡਸ ਲਿੰਗੁਇਸਟਿਕ ਡਾਈਵਰਸਿਟੀ। ਮਤਲਬ ਆਈਸੋਲੇਸ਼ਨ ਇਨਵਾਈਟ ਮਤਲਬ ਲੈ ਕੇ ਆਉਣਾ, ਲਿੰਗੁਇਸਟਿਕ ਮਤਲਬ ਲੈਂਗੁਏਜ, ਡਾਈਵਰਸਿਟੀ ਮਤਲਬ ਡਿਫਰੈਂਟ ਟਾਈਪਸ ਆਫ ਲੈਂਗੁਏਜਿਸ। ਦੇਅਰਫੋਰ ਫਸਟ ਦਾ ਆਂਸਰ ਕੀ ਆਪਣੇ ਕੋਲ ਆ ਗਿਆ? ਆਈਸੋਲੇਸ਼ਨ। ਆਈ ਹੋਪ ਦਿਸ ਇਜ਼ ਕਲੀਅਰ। It's clear? Yes. Second, but in today's world, ਅੱਜ ਕੱਲ ਦਾ ਜਿਹੜਾ ਸਮਾਜ ਹੈ, ਫੈਕਟਰਸ। ਹੁਣ ਆਪਣੇ ਕੋਲ ਕੀਵਰਡ ਕਿਹੜੇ ਆ ਗਏ? today's world, ਕਿਉਂਕਿ today's world ਮਤਲਬ ਅਜੋਕਾ ਸਮਾਂ, ਕੰਟੈਂਪਰੇਰੀ era, modern world, these days, nowadays, ਠੀਕ ਹੈ ਨਾ। ਨਾਲ ਦੇਖੋ ਬਟ ਤੋਂ ਸ਼ੁਰੂ ਹੋ ਰਿਹਾ। ਬਟ ਮਤਲਬ however, ਕੌਂਟਰਾਡਿਕਟਰੀ ਜਾ ਰਿਹਾ, ਗੱਲ ਦਾ ਧਿਆਨ ਰੱਖਿਆ ਜਾਵੇ ਸਾਰਿਆਂ ਵੱਲੋਂ। ਫੈਕਟਰਸ ਮਤਲਬ ਕੰਡੀਸ਼ਨਸ, such as government initiatives and dash are contributing to a huge decrease in the number of language. Huge ਡਿਕਰੀਜ਼। ਹੁਣ ਦੇਖੋ ਇਹਨੂੰ ਆਪਣੀ ਮਾਂ ਬੋਲੀ 'ਚ ਕਨਵਰਟ ਕਰ ਲਓ। ਕੋਈ ਸ਼ਰਮ ਤਾਂ ਨਹੀਂ ਆਉਂਦੀ ਆਪਾਂ ਨੂੰ ਮਾਂ ਬੋਲੀ 'ਚ ਕਨਵਰਟ ਕਰਨ ਨਾਲ? ਆਇਲਸ ਨੇ ਆ ਥੋੜਾ ਕਿਹਾ ਤੁਸੀਂ ਕਨਵਰਟ ਕਰਕੇ ਆਨਸਰ ਨਾ ਦਿਓ, ਠੀਕ ਹੈ ਨਾ। ਕਹਿੰਦਾ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਲੈਂਗੁਏਜਿਸ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਆ ਰਿਹਾ ਹੈ, ਬਹੁਤ ਵੱਡਾ ਡਿਫਰੈਂਸ ਆ ਰਿਹਾ। ਇਹ ਕਿੰਦੇ ਕਰਕੇ ਆ ਰਿਹਾ ਹੈ? ਇਹ ਸਰਕਾਰਾਂ ਦੇ ਇਨੀਸ਼ੀਏਟਿਵਸ ਕਰਕੇ ਆ ਰਿਹਾ ਹੈ। ਐਂਡ ਡੈਸ਼ ਕਿਸੇ ਚੀਜ਼ ਕਰਕੇ ਆ ਰਿਹਾ ਹੈ। ਆਪਣੇ ਲਈ ਹੁਣ ਸਭ ਤੋਂ ਵੱਡਾ ਕੀਵਰਡ ਪਤਾ ਕਿਹੜਾ ਆ ਗਿਆ? ਹਿਊਜ ਡਿਫਰੈਂਸ। ਅੱਜ ਦਾ ਸਮਾਂ ਤੇ ਸਰਕਾਰ। ਹਿਊਜ ਡਿਫਰੈਂਸ ਅੱਜ ਦਾ ਸਮਾਂ ਤੇ ਸਰਕਾਰ। ਤੇ ਜਿੱਥੇ ਸਰਕਾਰ ਤੋਂ ਬਾਅਦ ਐਂਡ ਲੱਗਾ ਹੋਇਆ ਜਾਂ ਕੋਈ ਹੋਰ ਕਨੈਕਟਰ ਲੱਗਾ ਹੋਇਆ, ਉਸ ਤੋਂ ਬਾਅਦ ਵਾਲਾ ਆਪਣਾ ਆਨਸਰ ਹੋਊਗਾ। ਮੇਰਾ ਪੁਆਇੰਟ ਸਮਝੇ ਸਾਰੇ ਜਣੇ ਮੈਂ ਕੀ ਕਿਹਾ? ਸੋ ਆਪਣਾ ਗਵਰਨਮੈਂਟ ਵਾਲਾ ਪੈਰਾਗ੍ਰਾਫ ਆਪਾਂ ਲੱਭਣਾ ਸ਼ੁਰੂ ਕੀਤਾ।
ਸਕਿਮਿੰਗ ਐਂਡ ਸਕੈਨਿੰਗ ਚਲਾਣੀ ਸ਼ੁਰੂ ਕਰਤੀ। ਮੈਨੂੰ ਗਵਰਨਮੈਂਟ ਵਰਡ ਅੱਜ ਦਾ ਸਮਾਂ ਤੇ ਹਿਊਜ ਡਿਫਰੈਂਸ ਸੈਕਿੰਡ ਪੈਰਾਗ੍ਰਾਫ 'ਚ ਕਿਤੇ ਨਹੀਂ ਲਿਖਿਆ। ਮੈਂ ਥਰਡ ਪੈਰਾਗ੍ਰਾਫ ਵੱਲ ਆਇਆ, ਮੈਨੂੰ ਆ ਤਿੰਨੋਂ ਚੀਜ਼ਾਂ ਫਿਰ ਨਹੀਂ ਦਿਖੀਆਂ। ਉਸ ਤੋਂ ਬਾਅਦ ਮੈਂ ਅੱਗੇ ਆਇਆ, ਮੈਨੂੰ ਉਹ ਚੀਜ਼ ਅੱਗੇ ਵੀ ਨਹੀਂ ਮਿਲੀ। ਹਾਲੇ ਤੱਕ ਮੈਂ ਹਾਰ ਗਿਆ ਇਹਨਾਂ ਅੱਗੇ ਕਿ ਮੈਨੂੰ ਨਾ ਗਵਰਨਮੈਂਟ ਮਿਲ ਰਿਹਾ, ਨਾ ਹਿਊਜ ਡਿਫਰੈਂਸ ਮਿਲ ਰਿਹਾ, ਤੇ ਨਾ ਹੀ ਮੈਨੂੰ ਅੱਜ ਦਾ ਸਮਾਂ ਮਿਲ ਰਿਹਾ। ਤੇ ਜਦੋਂ ਹੀ ਆਪਾਂ ਇੱਧਰ ਪਹੁੰਚਦੇ ਹਾਂ ਤੇ ਇੱਥੇ ਤੁਹਾਨੂੰ ਸਾਫ਼ ਪਤਾ ਲੱਗ ਰਿਹਾ ਹੈ ਗਵਰਨਮੈਂਟ ਮਿਲਿਆ। ਹੁਣ ਇਹ ਲਾਈਨ ਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦਿਓ ਕਿਉਂਕਿ ਫਸਟ ਟਾਈਮ ਆਪਾਂ ਨੂੰ ਗਵਰਨਮੈਂਟ ਮਿਲਿਆ। ਹੋ ਸਕਦਾ ਹੈ ਆਨਸਰ ਨਾ ਵੀ ਇੱਥੇ ਹੋਵੇ, ਠੀਕ ਹੈ। University of Chicago argues that the deadliest weapon is not government policy. Government policy मतलब government initiatives. ਆਪਾਂ ਕਹਿੰਦੇ ਸਰਕਾਰ ਇੱਕ ਇਨੀਸ਼ੀਏਟਿਵ ਲੈ ਕੇ ਆਈ ਹੈ ਕਿ ਆਹ ਕਿਸੇ ਵੀ ਗਲਤ ਮਲਤ ਕਲਚਰ ਨੂੰ ਖਤਮ ਕਰਨਾ ਹੈ ਅਸੀਂ। ਇਹ ਮਤਲਬ ਸਰਕਾਰ ਦੀ ਪਾਲਿਸੀ ਹੈ, ਸਰਕਾਰ ਦਾ ਇਨੀਸ਼ੀਏਟਿਵ ਹੈ। ਮੇਰਾ ਪੁਆਇੰਟ ਸਮਝੇ ਨਾ। ਸੋ ਆਪਾਂ ਨੂੰ ਗਵਰਨਮੈਂਟ ਇਨੀਸ਼ੀਏਟਿਵ ਮਿਲ ਗਿਆ, ਬਸ ਹੁਣ ਐਂਡ ਲੱਭਣੇ ਤੇ ਐਂਡ ਤੋਂ ਬਾਅਦ ਸੈਕਿੰਡ ਬਲੈਂਕ ਕੀ ਬਣੂਗਾ। ਦੋ ਚੀਜ਼ਾਂ ਉਹਨੇ ਟਾਰਗੇਟ ਕੀਤੀਆਂ। ਕਹਿੰਦਾ ਲੈਂਗੁਏਜ ਦਾ ਖਤਮ ਹੋਣਾ, ਸਰਕਾਰੀ ਪਾਲਿਸੀਜ਼ ਨੇ ਐਂਡ ਕੋਈ ਹੋਰ ਚੀਜ਼ ਵੀ ਹੈ। ਤੇ ਇੱਥੇ ਉਹਨੇ ਲਿਖਿਆ ਹੋਇਆ ਹੈ ਇਹ ਕੱਲਾ ਸਰਕਾਰੀ ਪਾਲਿਸੀ ਨਹੀਂ ਹੈ ਬਟ ਇਕਨੋਮਿਕ ਗਲੋਬਲਾਈਜੇਸ਼ਨ ਵੀ ਹੈ। ਸੋ ਆਨਸਰ ਵਿਲ ਵੇਖੋ ਉਧਰ ਉਹਨੇ ਕਿਹਾ ਸੀ ਲੈਂਗੁਏਜ ਤੇ ਇੰਨਾ ਵੱਡਾ ਭੇਦ ਆਣਾ, ਇਹ ਸਰਕਾਰੀ ਪਾਲਿਸੀ ਐਂਡ ਡੈਸ਼ ਹੈ। ਲਾਈਨ 'ਚ ਉਹਨੇ ਕਿਹਾ ਲੈਂਗੁਏਜ ਦਾ ਇੰਨਾ ਵੱਡਾ ਭੇਦ ਕੱਲੇ ਸਰਕਾਰਾਂ ਕਰਕੇ ਨਹੀਂ ਆਇਆ, ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਕਰਕੇ ਆਇਆ। ਮਤਲਬ ਤਾਂ ਦੋਵੇਂ ਸੇਮ ਹੀ ਹੋ ਗਿਆ। ਆਪਾਂ ਕਿਹਾ ਇਹ ਕ੍ਰਾਈਮ ਹੋਇਆ, ਕ੍ਰਾਈਮ ਦਾ ਜਿਹੜੇ ਕ੍ਰਿਮੀਨਲ ਨੇ A ਐਂਡ B ਨੇ, ਇਹ ਕ੍ਰਿਮੀਨਲ ਜਿਹੜੇ ਹੈਗੇ A ਐਂਡ B ਨੇ, ਪਰ ਆਨਸਰ ਜੋ ਨੇ ਕਿਹਾ ਹੋਇਆ ਇਸ ਕ੍ਰਾਈਮ ਦਾ ਕ੍ਰਿਮੀਨਲ ਕੱਲਾ A ਹੀ ਨਹੀਂ ਸਗੋਂ B ਵੀ ਹੈ। ਮਤਲਬ ਤਾਂ ਸੇਮ ਹੀ ਹੋ ਗਿਆ। ਸੋ ਐਂਡ ਇਕਨੋਮਿਕ ਗਲੋਬਲਾਈਜੇਸ਼ਨ। ਸੋ ਆਨਸਰ ਵਿਲ ਬੀ ਇਕਨੋਮਿਕ ਗਲੋਬਲਾਈਜੇਸ਼ਨ। ਸੋ ਆਪਾਂ ਕੱਲਾ ਗਲੋਬਲਾਈਜੇਸ਼ਨ ਵੀ ਲਿਖ ਸਕਦੇ ਆ ਜੀ, ਇਹ ਤੁਹਾਡੀ ਸ਼ਰਧਾ ਹੈ। ਕਿਉਂ ਉਹਨੇ ਟੂ ਵਰਡ ਕਹੇ ਹੋਏ ਆ। ਆਪਾਂ ਇਕਨੋਮਿਕ ਗਲੋਬਲਾਈਜੇਸ਼ਨ ਵੀ ਲਿਖ ਸਕਦੇ ਆ, ਕੱਲਾ ਗਲੋਬਲਾਈਜੇਸ਼ਨ ਵੀ। ਤੇ ਕਨਫਿਊਜ਼ ਨਾ ਹੋਇਓ, ਗਲੋਬਲਾਈਜੇਸ਼ਨ ਦੇ ਵਿੱਚ Z ਵੀ ਪੈ ਸਕਦਾ ਹੈ, S ਵੀ ਪੈ ਸਕਦਾ ਹੈ। ਇਜ਼ ਇਟ ਕਲੀਅਰ? ਚਲੋ ਨੈਕਸਟ ਵਨ ਫੈਕਟਰ, ਇੱਕ ਹੋਰ ਫੈਕਟਰ ਵਿਚ ਮੇ ਹੈਲਪ ਟੂ ਅਨਸ਼ਿਓਰ ਦਾ ਸਮ ਐਂਡੇਂਜਰਡ ਲੈਂਗੁਏਜਸ। ਹੁਣ ਆਪਣੇ ਕੋਲ ਸਭ ਤੋਂ ਵੱਡਾ ਕੀਵਰਡ ਕਿਹੜਾ ਆ ਰਿਹਾ ਹੈ? ਇੱਕ ਫੈਕਟਰ ਜਿਹੜਾ ਐਂਡੇਂਜਰਡ ਸਪੀਸੀਜ਼ ਨੂੰ ਲੈਂਗੁਏਜਸ ਨੂੰ ਖਤਮ ਨਹੀਂ ਹੋਣ ਦਊਗਾ, ਡੂ ਨਾਟ ਡਾਈ ਆਊਟ ਕੰਪਲੀਟਲੀ, ਇਜ਼ ਪੀਪਲਜ਼ ਇਨਕਰੀਜ਼ਿੰਗ ਐਪਰੀਸੀਏਸ਼ਨ ਆਫ ਦੀਅਰ ਡੈਸ਼। ਕਹਿੰਦਾ ਇੱਕ ਫੈਕਟਰ ਹੈ ਪਰ ਉਹਨੇ ਗਰੰਟੀ ਨਹੀਂ ਲਈ, ਉਹਨੇ ਮੇ ਕਿਹਾ ਹੋ ਸਕਦਾ ਏ ਇਹਦੇ ਨਾਲ ਆਪਾਂ ਜਿਹੜੀਆਂ ਲੈਂਗੁਏਜਸ ਖਤਮ ਹੋਣ ਤੇ ਹੈ, ਔਨ ਦਾ ਬ੍ਰਿੰਕ ਆਫ ਐਕਸਟਿੰਕਸ਼ਨ ਹੈ, ਆਪਾਂ ਉਹਨਾਂ ਨੂੰ ਪੂਰੀ ਤਰ੍ਹਾਂ ਮਰਨ ਤੋਂ ਬਚਾ ਸਕਦੇ ਹਾਂ। ਕਿਵੇਂ? ਲੋਕਾਂ ਦਾ ਇੰਟਰਸਟ ਬਣਾਉਣਾ ਪਊਗਾ ਆਫ ਦੀਅਰ ਡੈਸ਼। ਹੁਣ ਦੇਖੋ ਬਲੈਂਕਸ ਤੋਂ ਪਹਿਲਾਂ, ਡੈਸ਼ ਤੋਂ ਪਹਿਲਾਂ ਆਪਣੇ ਕੋਲ ਕਿਹੜੇ ਕਿਹੜੇ ਵਰਡ ਨੇ? ਪੀਪਲ, ਇਨਕਰੀਜ਼ਿੰਗ, ਐਪਰੀਸੀਏਸ਼ਨ। ਸੋ ਆ ਤਿੰਨ ਚੀਜ਼ਾਂ ਸਮਝ ਲੱਗੀਆਂ। ਬਲੈਂਕ ਤੋਂ ਪਹਿਲਾਂ ਆਪਣੇ ਕੋਲ ਆ ਤਿੰਨ ਆਪਣੇ ਕੋਲ ਕੀਵਰਡ ਹਿੱਟ ਕਰਦੇ ਪਏ ਆ। ਹੋ ਸਕਦਾ ਇਹਨਾਂ ਦੇ ਸੈਨੋਨਿਮ ਵੀ ਦਿੱਤੇ ਹੋਣ ਆਪਾਂ ਨੂੰ, ਠੀਕ ਹੈ। ਸੋ ਆਪਣਾ ਹੁਣ ਆਪਾਂ ਇਹਦੇ ਆਨਸਰ ਫਾਈਂਡ ਕਰਨੇ ਸ਼ੁਰੂ ਕਰੀਏ। ਤੁਸੀਂ ਤੁਰਦੇ ਜਾਓਗੇ, ਤੁਸੀਂ ਕਿਹੜਾ ਪੈਰਾਗ੍ਰਾਫ ਦੇਖੋਗੇ ਇਹਦਾ ਆਨਸਰ ਨਿਕਲ ਰਿਹਾ ਹੈ। ਆਪਾਂ 6 ਪੈਰਾਗ੍ਰਾਫਸ ਤਾਂ ਕਰ ਹੀ ਚੁੱਕੇ ਆ। ਹੁਣ ਆਪਾਂ ਹੋਰ ਅੱਗੇ ਚੱਲਦੇ ਪਏ ਆ। ਲੈਂਗੁਏਜ ਨੂੰ ਮਰਨ ਤੋਂ ਬਚਾਉਣਾ, ਲੈਂਗੁਏਜ ਦੀ ਮੌਤ, ਇਹ ਆਪਾਂ ਫਾਈਂਡ ਕਰੀਏ। ਹਾਂਜੀ ਫਾइंड ਹੋਇਆ ਤੁਹਾਡੇ ਤੋਂ ਕਿਸੇ ਤੋਂ? ਵਿਚ ਪੈਰਾਗ੍ਰਾਫ? ਹਾਂਜੀ ਹਾਂ ਬਿਲਕੁਲ, ਵੈਰੀ ਨਾਈਸ। ਸੋ ਡਿਸਪਾਈਟ ਲਿੰਗੁਇਸਟਿਕਸ ਬੈਸਟ ਐਫਰਟਸ, ਜਿਹੜੇ ਲਿੰਗੁਇਸਟ ਨੇ ਉਹਨਾਂ ਦੇ ਬੈਸਟ ਐਫਰਟ ਦੇ ਨਾਲ ਮੈਨੀ ਲੈਂਗੁਏਜਸ ਵਿਲ ਡਿਸਪੀਅਰ ਓਵਰ ਦ ਨੈਕਸਟ ਸੈਂਚੁਰੀ। ਆਉਣ ਵਾਲੀ ਸਦੀ ਦੇ ਵਿੱਚ ਕਈ ਲੈਂਗੁਏਜਸ ਖਤਮ ਹੋ ਜਾਣਗੀਆਂ। ਬਟ ਹੁਣ ਦੇਖੋ, ਬਟ ਅ ਗਰੋਇੰਗ ਇੰਟਰਸਟ in cultural identity, a growing interest, growing मतलब increasing,
ਐਪਰੀਸ਼ੀਏਟ, ਆਪਾਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆ, ਮਤਲਬ ਆਪਾਂ ਉਹਦੇ ਵਿੱਚ ਕੀ ਸ਼ੋ ਕਰਦੇ ਪਏ ਆ, ਆਪਣਾ ਇੰਟਰਸਟ। in cultural identity may prevent the direct predictions from coming true। ਇਹਦੇ ਨਾਲ ਆਪਾਂ ਕੀ ਕਰ ਸਕਦੇ ਆ, ਕਿਸੇ ਲੈਂਗੁਏਜ ਨੂੰ ਬਚਾ ਸਕਦੇ ਆ। may prevent ਲਾਈਨ ਬਣੀ ਸਾਰੀ, ਮਤਲਬ ਲੋਕਾਂ ਦੀ ਜਿਹੜੀ ਕਲਚਰਲ ਆਈਡੈਂਟੀਟੀ ਹੈ ਉਹਦੇ ਵਿੱਚ ਇੰਟਰਸਟ ਪੈਦਾ ਕਰਕੇ ਆਪਾਂ ਕਿਸੇ ਲੈਂਗੁਏਜ ਨੂੰ ਪੂਰੀ ਤਰ੍ਹਾਂ ਮਰਨ ਤੋਂ ਬਚਾ ਸਕਦੇ ਆ। ਸੋ ਇਜ਼ ਇਟ ਕਲੀਅਰ? ਮੀਨ ਟੂ ਸੇ, ਪਲੀਜ਼ ਲਿਸਨ ਟੂ ਮੀ ਵਾਟ ਆਈ ਐਮ ਸੇਇੰਗ ਹੀਅਰ। ਉਹਨੇ ਆਪਾਂ ਨੂੰ ਕਿਹਾ ਵਨ ਫੈਕਟਰ ਵਿਚ ਮੇ ਹੈਲਪ, ਇੱਕ ਫੈਕਟਰ ਜੋ ਆਪਣੀ ਮਦਦ ਕਰ ਸਕਦਾ ਆ ਟੂ ਐਨਸ਼ੋਰ ਡੈਟ ਸਮ ਐਂਡੇਂਜਰਡ ਲੈਂਗੁਏਜਸ do not die out completely in people, increasing appreciation, people's growing interest of in their cultural identity। so is it clear? so ਇੱਥੇ growing interest ਦਾ ਮਤਲਬ ਹੋ ਗਿਆ people increasing appreciation, ਠੀਕ ਹੈ। ਅੱਗੋਂ ਸਾਰੀ ਲਾਈਨ ਉਹ ਬਣਦੀ ਪਈ ਹੈ may prevent the direct predictions from coming true। ਇਹਦਾ ਮਤਲਬ ਕੀ ਬਣਦਾ ਪਿਆ ਹੈ may help to ensure that some endangered languages do not die out ਕੰਪਲੀਟਲੀ। ਡਾਇਰੈਕਟ ਪ੍ਰੈਡਿਕਸ਼ਨ ਮਤਲਬ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਗਈ ਹੈ, ਤੇ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਸੀ ਡੂ ਨਾਟ ਡਾਈ ਆਊਟ ਕੰਪਲੀਟਲੀ, ਇਹ ਨਹੀਂ ਪੂਰੀ ਤਰ੍ਹਾਂ ਦੇ ਨਾਲ ਮਰਦੀਆਂ ਜੇ ਆਪਾਂ ਲੋਕਾਂ ਦਾ ਇੰਟਰਸਟ ਕਲਚਰਲ ਆਈਡੈਂਟੀਟੀ ਦੇ ਵਿੱਚ ਲੈ ਆਈਏ। ਸੋ ਕੀਵਰਡ ਵਿਲ ਬੀ ਇਕੁਅਲ ਟੂ ਕੀਵਰਡ, ਤੇ ਜਿੱਥੇ ਆ ਚੀਜ਼ ਕੀਵਰਡ ਇਜ਼ ਇਕੁਅਲ ਟੂ ਕੀਵਰਡ, ਆਪਣਾ ਆਨਸਰ ਉੱਥੇ ਆਪਣੇ ਕੋਲ ਫਾਈਂਡ ਹੋ ਜਾਂਦਾ। ਡਨ ਹੈ? ਓਕੇ, ਐਂਡ ਫਾਈਨਲ ਇਜ਼ this has been encouraged through programs of language classes for children and through apprentice schemes। apprentice ਹੁੰਦਾ ਹੈ ਚੇਲਾ, ਕਿਸੇ ਦਾ ਫੋਲੋਵਰ। ਮੰਨ ਲਓ ਕੋਈ ਕਾਰਪੈਂਟਰ ਹੈ, ਉਹ ਕੰਮ ਕਰਦੇ ਪਿਆ, ਨਾਲ ਕੋਈ ਮੁੰਡਾ ਕੰਮ ਸਿੱਖ ਰਿਹਾ ਉਹਨਾਂ ਤੋਂ, ਜਿਹੜਾ ਮੁੰਡਾ ਕੰਮ ਸਿੱਖ ਰਿਹਾ ਉਹਨਾਂ ਦਾ ਅਪ੍ਰੈਂਟਿਸ ਹੋਊਗਾ, ਉਹਨਾਂ ਦਾ ਚੇਲਾ ਹੋਊਗਾ ਉੱਥੇ, ਠੀਕ ਹੈ। ਅਪ੍ਰੈਂਟਿਸ ਸਕੀਮ ਆਪਾਂ ਲੈ ਕੇ ਆ ਸਕਦੇ ਹਾਂ। ਇਹਦੇ ਵਿੱਚ ਕੀ ਹੈ, in which endangered language is used as the medium of instruction to teach people a dash। ਹੁਣ ਦੇਖੋ ਡੈਸ਼ ਲੱਗ ਗਿਆ, ਇਸ ਤੋਂ ਪਹਿਲਾਂ ਵਰਡ ਕੀ ਲੱਗ ਗਿਆ, ਟੂ ਟੀਚ ਪੀਪਲ ਆ। ਟੀਚ ਮਤਲਬ ਕੋਈ ਚੀਜ਼ ਸਮਝਾਣਾ, ਠੀਕ ਹੈ। ਪੀਪਲ ਮਤਲਬ ਲਰਨਰਸ, ਕੈਂਡੀਡੇਟਸ, ਲੋਕੀ, ਜੋ ਮਰਜ਼ੀ ਆਪਾਂ ਕਹਿ ਸਕਦੇ ਹਾਂ। ਕਹਿੰਦਾ ਕਿਸੇ ਇੱਕ ਪ੍ਰੋਗਰਾਮ ਆਇਆ ਜੀ, ਕਿਹੜਾ ਆਇਆ, ਅਪ੍ਰੈਂਟਿਸ ਪ੍ਰੋਗਰਾਮ। ਕਿਹੜਾ ਪ੍ਰੋਗਰਾਮ ਇਹ ਤਾਂ ਹਿੱਟ ਕਰਦਾ ਪਿਆ ਆਪਣੇ ਕੋਲ, ਅਪ੍ਰੈਂਟਿਸ ਪ੍ਰੋਗਰਾਮ। ਐਂਡ ਵੇਅਰ ਦਾ ਆਨਸਰ ਇਜ਼ ਪੈਰਾਗ੍ਰਾਫ ਨੰਬਰ, ਸੇਮ ਪੈਰਾਗ੍ਰਾਫ ਹੀ ਦੇਖੀਏ ਆਪਾਂ, ਆ ਰਿਹਾ। ਇਨ ਕੈਲੀਫੋਰਨੀਆ ਅਪ੍ਰੈਂਟਿਸ ਪ੍ਰੋਗਰਾਮ ਆਇਆ, ਇਹਦਾ ਮਤਲਬ ਨੇੜੇ ਤੇੜੇ ਆਨਸਰ ਮਿਲਣਾ ਸ਼ੁਰੂ ਹੋ ਗਿਆ ਆਪਾਂ ਨੂੰ। ਹੈਵ ਪ੍ਰੋਵਾਈਡਡ ਲਾਈਵ ਸਪੋਰਟ, ਇਹਨੇ ਲਾਈਵ ਸਪੋਰਟ ਦਿੱਤਾ ਹੈ ਟੂ ਸੈਵਰਲ ਇੰਡੀਜੈਨਸ ਲੈਂਗੁਏਜਸ। ਵਲੰਟੀਅਰ ਅਪ੍ਰੈਂਟਿਸਿਸ ਪੇਅਰ ਅਪ ਵਿਦ ਵਨ ਆਫ ਦਾ ਲਾਸਟ ਲਿਵਿੰਗ ਸਪੀਕਰ। ਜਿਹੜੇ ਲੋਕੀ ਵਲੰਟੀਅਰ ਨੇ, ਜਿਹੜੇ ਸਿੱਖਦੇ ਪਏ ਨੇ, ਉਹ ਪੁਰਾਣੇ ਕਿਸੇ ਬੰਦੇ ਦੇ ਨਾਲ ਲਿੰਕ 'ਚ ਚਲੇ ਜਾਂਦੇ ਨੇ, ਜਿਹੜਾ ਅਖੀਰਲਾ ਬੰਦਾ ਹੈ ਉਸ ਭਾਸ਼ਾ ਨੂੰ ਬੋਲਣ ਵਾਲਾ। ਅਮਰੀਕਨ ਟੰਗ ਟੂ ਲਰਨ ਮਤਲਬ ਟੂ ਟੀਚ ਸਟੂਡੈਂਟਸ, ਟੂ ਟੀਚ ਦਾ ਮਤਲਬ ਟੂ ਲਰਨ। ਅ ਟ੍ਰੈਡੀਸ਼ਨਲ ਸਕਿੱਲ ਟੂ ਟੀਚ ਪੀਪਲ ਆ ਟ੍ਰੈਡੀਸ਼ਨਲ ਸਕਿੱਲ। ਤੇ ਇਹਨੂੰ ਭਾਵੇਂ ਆਪਣੀ ਮਾਂ ਬੋਲੀ ਪੰਜਾਬੀ 'ਚ ਕਨਵਰਟ ਕਰ ਲਓ। ਕੁਐਸਚਨ ਦਾ ਮਤਲਬ ਸੀ ਜਿਹੜੇ ਲੋਕ ਨੇ, ਕੁਐਸਚਨ ਦਾ ਮਤਲਬ ਸੀਗਾ ਆਪਾਂ ਇੱਕ ਅਪ੍ਰੈਂਟਿਸ ਪ੍ਰੋਗਰਾਮ ਚਲਾ ਕੇ ਜਿਹੜੀਆਂ ਲੈਂਗੁਏਜਸ ਮਰ ਰਹੀਆਂ ਨੇ ਉਹਨੂੰ ਆਪਾਂ ਬਚਾ ਸਕਦੇ ਹਾਂ, ਜਦੋਂ ਲੋਕਾਂ ਨੂੰ ਆਪਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਟ੍ਰੈਡੀਸ਼ਨਲ ਸਕਿੱਲਸ ਬਾਰੇ ਸਮਝਾਈਏ। ਤੇ ਕੁਐਸਚਨ ਦੇ ਵਿੱਚ ਆਪਾਂ ਮਤਲਬ ਜੋ ਪੈਰਾਗ੍ਰਾਫ ਹੈ ਉਹਦੇ 'ਚ ਆਪਾਂ ਨੂੰ ਕੀ ਫਾਈਂਡ ਹੋਇਆ ਹੈ ਕਿ ਆਹ ਤੁਹਾਡਾ ਪੈਰਾਗ੍ਰਾਫ ਹੈ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਨਵੀਂ ਸਕੀਮ ਚੱਲੀ ਹੈ ਜਿਹਦਾ ਨਾਮ ਹੈ ਅਪ੍ਰੈਂਟਿਸ ਪ੍ਰੋਗਰਾਮ। ਇਹਦੇ 'ਚ ਇੰਡੀਜੈਨਸ ਲੈਂਗੁਏਜ, ਜਿਹੜੀ ਉਹਨਾਂ ਦੀ ਅਖੀਰਲੀ ਲੈਂਗੁਏਜ ਚੱਲਦੀ ਪਈ ਹੈ, ਉਹਦੇ ਵਿੱਚ ਜਿਹੜਾ ਅਖੀਰਲਾ ਸਪੀਕਰ ਹੈ ਉਹਦੇ ਤੋਂ ਨਵੇਂ ਲੋਕਾਂ ਦੀਆਂ ਕਲਾਸਾਂ ਲਗਵਾਈਆਂ ਜਾ ਸਕਣ ਤੇ ਉਹਨਾਂ ਨੂੰ ਟ੍ਰੈਡੀਸ਼ਨਲ ਸਕਿੱਲਸ ਬਾਰੇ ਸਮਝਾਇਆ ਜਾ ਸਕੇ। ਸੋ ਇਹਦੇ ਨਾਲ ਕੀ ਹੋਊਗਾ, ਜਿਹੜੀ ਲੈਂਗੁਏਜ ਮਰ ਰਹੀ ਆ ਉਹ ਲੈਂਗੁਏਜ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਇਜ਼ ਇਟ ਕਲੀਅਰ? 100%। ਸੋ ਇਹ ਤੁਹਾਡੇ 4 ਕੁਐਸਚਨ ਸੀਗੇ। ਮੈਨੂੰ ਪੂਰੀ ਉਮੀਦ ਹੈ ਇਹ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਏ। ਕਿਉਂ? ਫਿਰ ਮੈਂ ਉਹੀ ਗੱਲ ਕਵਾਂਗਾ, ਤੁਸੀਂ ਭਾਵੇਂ 500 ਰੀਡਿੰਗਸ ਕਰ ਲਓ ਤੇ ਭਾਵੇਂ 50 ਕਰ ਲਓ, ਫਰਕ ਇੱਕ ਹੀ ਹੈ, ਫਰਕ ਕੋਈ ਵੀ ਨਹੀਂ ਇਹਦੇ ਵਿੱਚ। ਤਾਂ ਜੇ ਜਦ ਤੱਕ ਤੁਹਾਡੀ ਨੀਂਹ ਨਹੀਂ ਮਜ਼ਬੂਤ ਹੈਗੀ, ਤੇ ਨੀਂਹ ਮਜ਼ਬੂਤ ਕਰ ਲਓ, ਭਾਵੇਂ 2 ਰੀਡਿੰਗਸ ਹੀ ਕਰ ਲਿਓ, ਤੁਸੀਂ ਬੈਂਡ ਆਟੋਮੈਟਿਕਲੀ ਲੈ ਜਾਓਗੇ। ਪ੍ਰੈਕਟਿਸ ਨਹੀਂ, ਪ੍ਰੈਕਟਿਸ ਇੱਕ ਵਾਰ ਤੇ ਉਹ ਚੀਜ਼ ਦੀ ਇੰਪਲੀਮੈਂਟੇਸ਼ਨ ਕਈ ਵਾਰ, ਅਦਰਵਾਈਜ਼ ਬੈਂਡ ਨਹੀਂ ਆਣਗੇ। ਰੀਡਿੰਗ ਨੂੰ ਐਵੇਂ ਹਵਾ ਬਣਾ ਕੇ ਰੱਖਿਆ ਹੋਇਆ। ਇੱਕ ਆਪਣੀ ਨੌਲੇਜ ਇਨਕਰੀਜ਼ ਕਰੋ,
ਇੱਕ ਆਪਣਾ ਪੜਨ ਦਾ ਸਿਸਟਮ ਇਨਕਰੀਜ਼ ਕਰੋ, ਤੁਹਾਡਾ ਸਾਰਾ ਕੁਝ ਕਲੀਅਰ ਹੋਊਗਾ। ਠੀਕ ਹੈ ਜੀ, ਇਹਦੇ ਨਾਲ ਹੀ ਆਪਣੀਆਂ ਜੋ ਵੀਡੀਓ ਸੀਗੀ ਬਲੈਂਕਸ ਦੀ ਖਤਮ ਹੁੰਦੀ ਹੈ। ਥੈਂਕ ਯੂ।